ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 15 ਦਾ ਇੰਪੋਰਟੈਂਸ ਆਫ ਏਅਰ, ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਵਟ ਇਜ਼ ਦ ਕੰਪੋਜੀਸ਼ਨ ਆਫ ਏਅਰ, ਵਟ ਇਜ਼ ਐਟਮੋਸਫੀਅਰ, ਪ੍ਰੋਪਰਟੀਜ਼ ਐਂਡ ਇੰਪੋਰਟੈਂਸ ਆਫ ਏਅਰ, ਯੂਜ਼ਸ ਆਫ ਏਅਰ ਐਂਡ ਏਅਰ ਪੋਲਿਊਸ਼ਨ। ਸਭ ਤੋਂ ਪਹਿਲਾਂ ਹਵਾ ਦੇ ਬਾਰੇ ਵਿੱਚ ਅਸੀਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ ਕਿ ਏਅਰ ਕੀ ਹੁੰਦੀ ਹੈ। ਦੇਖੋ, ਏਅਰ ਜਿਹੜੀ ਆ ਉਹ ਸਾਰੇ ਜੋ ਵੀ ਲਿਵਿੰਗਸ ਥਿੰਗਸ ਨੇ, ਜੋ ਸਾਡੀ ਅਰਥ ਦੇ ਉੱਤੇ ਲਿਵਿੰਗਸ ਥਿੰਗਸ ਨੇ, ਉਹਨਾਂ ਨੂੰ ਸਾਰੀਆਂ ਨੂੰ ਏਅਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵਿਦਾਊਟ ਏਅਰਸ ਲਾਈਫ ਇਜ਼ ਨਾਟ ਪੋਸੀਬਲ। ਠੀਕ ਹੈ, ਸੋ ਡਿਸਕਸ ਕਰਦੇ ਹਾਂ ਕੰਪੋਜੀਸ਼ਨ ਕੀ ਹੁੰਦਾ ਹੈ। ਠੀਕ ਹੈ, ਦੇਖੋ ਦ ਕੰਪੋਜੀਸ਼ਨ ਆਫ ਏਅਰ, ਏਅਰ ਇਜ਼ ਅ ਮਿਕਸਚਰ ਆਫ ਸੈਵਰਲ ਗੈਸਿਜ਼। ਕਹਿੰਦੇ ਹਵਾ ਜਿਹੜੀ ਆ ਉਹ ਕਈਆਂ ਗੈਸਾਂ ਦਾ ਕੀ ਆ, ਮਿਸ਼ਰਣ ਆ। ਦ ਮੇਨ constituents of air are nitrogen, which forms almost 78% of its, and oxygen, ਜਾਣੀ ਕਿ ਮੇਨ ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਏਅਰ ਦੇ ਵਿੱਚ ਜਿਹੜੀ ਗੈਸ ਹੁੰਦੀ ਹੈ ਉਹ ਹੁੰਦੀ ਹੈ ਨਾਈਟ੍ਰੋਜਨ। ਠੀਕ ਹੈ, ਜੋ ਕਿ 78% ਹੁੰਦੀ ਹੈ। ਦੇਖੋ ਜਿੱਦਾਂ ਇਹ ਦਿਖਾਇਆ ਹੋਇਆ ਕੰਪੋਜੀਸ਼ਨ ਆਫ ਏਅਰ ਦੇ ਵਿੱਚ, ਜਿਹਦੇ ਵਿੱਚ 21% ਕੀ ਆ ਆਕਸੀਜਨ, ਅਤੇ ਬਾਕੀ ਜਿਹੜੀ 78% ਕੀ ਆ ਨਾਈਟ੍ਰੋਜਨ ਹੈ। ਠੀਕ ਹੈ, ਔਰ ਇਹਦੇ ਵਿੱਚ ਜਿਹੜੀ 1% ਹੁੰਦੀ ਆ ਉਹ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ। ਠੀਕ ਹੈ, ਜਾਂ ਫਿਰ ਹੋਰ ਗੈਸਿਸ ਜਿਹੜੀਆਂ ਉਹ ਆ ਜਾਂਦੀਆਂ। ਠੀਕ ਹੈ, ਜਿੱਦਾਂ ਇਹਦੇ ਵਿੱਚ ਦਿੱਤਾ ਹੋਇਆ ਦ ਰਿਮੇਨਿੰਗ 1% ਇਜ਼ ਮੇਡ ਅਪ ਆਫ ਇਨਰਟ ਗੈਸ, ਆਰਗਨ, ਕਾਰਬਨ ਡਾਈਆਕਸਾਈਡ ਐਂਡ ਸਮੋਲ ਅਮਾਊਂਟਸ ਆਫ ਅਦਰ ਗੈਸਿਸ। ਠੀਕ ਹੈ, ਥੋੜ੍ਹੀਆਂ ਗੈਸਿਸ ਇਹਦੇ ਵਿੱਚ 1% 'ਚ ਹੋਰ ਆ ਜਾਂਦੀਆਂ। ਠੀਕ ਹੈ, ਯਾਦ ਰੱਖਣਾ ਹੈ ਜਿਹੜੀ ਕੰਪੋਜੀਸ਼ਨ ਆਫ ਏਅਰ ਹੈ ਇਹਦੇ ਵਿੱਚ ਕੀ ਹੁੰਦਾ ਹੈ, ਨਾਈਟ੍ਰੋਜਨ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ 78%, ਉਸ ਤੋਂ ਬਾਅਦ 21% ਆਕਸੀਜਨ ਹੁੰਦੀ ਹੈ, ਬਾਕੀ ਕਾਰਬਨ ਡਾਈਆਕਸਾਈਡ ਅਤੇ ਅਦਰ ਗੈਸਿਸ ਹੁੰਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਡਿਸਕਸ ਕਰਾਂਗੇ ਅਸੀਂ ਐਟਮੋਸਫੀਅਰ। ਐਟਮੋਸਫੀਅਰ ਮੀਨਸ ਵਾਤਾਵਰਨ। ਦ ਏਅਰ ਵਿਚ ਇਜ਼ ਮਿਕਸਚਰ ਆਫ ਸੈਵਰਲ ਗੈਸਿਜ਼ ਸਬਸਟੈਂਸ ਐਂਡ ਸਰਾਊਂਡਡ ਦਾ ਅਰਥ। ਇਹਦੇ ਵਿੱਚ ਕੀ ਆ ਜਾਂਦਾ ਹੈ ਕਿ ਜਿਹੜੀ ਹਵਾ ਆ ਕਈਆਂ ਗੈਸਾਂ ਦਾ ਕੀ ਆ, ਮਿਸ਼ਰਣ ਆ, ਅਤੇ ਉਹਨੇ ਜਿਹੜੀ ਧਰਤੀ ਆ ਉਹਦਾ ਆਲਾ ਦੁਆਲਾ ਕੀ ਆ, ਘੇਰਿਆ ਹੋਇਆ ਆ। ਠੀਕ ਹੈ, ਹਵਾ ਦੇ ਜਿਹੜਾ ਆਲਾ ਦੁਆਲਾ ਜਿਹੜਾ ਹਵਾ ਦਾ ਇਹ ਜਿਹੜਾ ਘੇਰਾ ਆ, ਇਟ ਡਜ਼ ਨਾਟ ਗੋ ਵੈਰੀ ਫਾਰ from the earth because it is being pulled by the gravitation force of the earth। ਮਤਲਬ ਕਿ ਇਹ ਜਿਹੜਾ ਆ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਮੂਵ ਨਹੀਂ ਕਰਦਾ ਹੈਗਾ ਧਰਤੀ 'ਤੇ। ਬਿਕੋਜ਼ ਇਹ ਕਿਉਂ ਨਹੀਂ ਮੂਵ ਕਰਦਾ ਜ਼ਿਆਦਾ, ਕਿਉਂਕਿ ਗ੍ਰੈਵੀਟੇਸ਼ਨਲ ਫੋਰਸ ਲੱਗਦਾ ਹੈ, ਗੁਰਤਾਕਰਸ਼ਣ ਦੀ ਸਥਿਤੀ ਦੇ ਕਾਰਨ ਇਹ ਜ਼ਿਆਦਾ ਮੂਵਮੈਂਟ ਨਹੀਂ ਇਹਦੀ ਹੁੰਦੀ। ਇਟ ਇਜ਼ ਨਾਟ ਯੂਨੀਫਾਰਮ ਐਵਰੀਵੇਅਰਸ, ਇਹ ਮਤਲਬ ਸਥਿਰ ਨਹੀਂ ਰਹਿੰਦਾ ਹੈਗਾ ਹਰ ਥਾਂ 'ਤੇ। ਠੀਕ ਹੈ, ਦੇਅਰ ਆਰ 4 ਲੇਅਰਸ ਆਫ ਐਟਮੋਸਫੀਅਰ। ਇਹਦੀਆਂ 4 ਲੇਅਰਸ ਹੋ ਜਾਂਦੀਆਂ। ਸਭ ਤੋਂ ਪਹਿਲਾਂ ਹੈਗੀ ਆ ਟ੍ਰੋਪੋਸਫੀਅਰ। ਟ੍ਰੋਪੋਸਫੀਅਰ ਦੇ ਵਿੱਚ ਕੀ ਆ ਜਾਂਦਾ, ਦਿਸ ਇਜ਼ ਦ ਲੋਐਸਟ ਲੇਅਰ ਆਫ ਦ ਐਟਮੋਸਫੀਅਰ। ਇਸ ਤੋਂ ਨੀਚੇ ਵਾਲੀ ਪਹਿਲਾਂ ਤਾਂ ਹੈਗੀ ਆ ਲੇਅਰ ਆ। ਠੀਕ ਹੈ, ਉਸ ਤੋਂ ਬਾਅਦ ਐਕਸਟੈਂਡਿੰਗ ਅਪ ਟੂ 60 ਕਿਲੋਮੀਟਰਸ, ਮਤਲਬ ਕਿ ਇਹ 60 ਕਿਲੋਮੀਟਰ ਤੱਕ ਐਕਸਟੈਂਡ ਹੋਈ ਹੁੰਦੀ ਹੈ ਫਰੋਮ ਦਾ ਅਰਥ ਸਰਫੇਸ। ਜਿੱਦਾਂ ਮਤਲਬ ਕਿ ਅਰਥ ਸਰਫੇਸ ਆ, ਇਹਦੇ 'ਤੇ ਹੋ ਜਾਂਦੀ ਹੈ ਟ੍ਰੋਪੋਸਫੀਅਰ ਜਿਹੜੀ ਹੈ ਐਟਮੋਸਫੀਅਰ। ਠੀਕ ਹੈ, ਇਹ ਮਤਲਬ ਕਿ ਨੀਚੇ ਤੋਂ ਲੈ ਕੇ ਉੱਪਰ ਤੱਕ 16 ਕਿਲੋਮੀਟਰ ਤੱਕ ਫੈਲੀ ਹੋਈ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੀ ਹੈ ਸਟ੍ਰੈਟੋਸਫੀਅਰ। ਠੀਕ ਹੈ, ਇਟ ਐਕਸਟੈਂਡਸ ਅਪ ਟੂ 30 ਕਿਲੋਮੀਟਰਸ। ਇਹ ਉਸ ਤੋਂ ਉੱਪਰ ਹੁੰਦੀ ਹੈ ਅਤੇ ਜੋ ਕਿ 30 ਕਿਲੋਮੀਟਰ ਤੱਕ ਫੈਲੀ ਹੁੰਦੀ ਹੈ। ਕਲੀਅਰ। ਦ ਏਅਰ ਇਜ਼ ਮੱਚ ਥਿਨਰ। ਇਹਦੇ ਵਿੱਚ ਜਿਹੜੀ ਏਅਰ ਹੁੰਦੀ ਆ ਉਹ ਜ਼ਿਆਦਾ ਥਿਨਰ ਹੁੰਦੀ ਹੈ। ਦ ਓਜ਼ੋਨ ਲੇਅਰ ਇਜ਼ ਪ੍ਰੈਜੈਂਟ ਹੇਅਰ। ਇਹਦੇ ਵਿੱਚ ਹੀ ਓਜ਼ੋਨ ਲੇਅਰ ਜਿਹੜੀ ਉਹ ਪ੍ਰੈਜੈਂਟ ਹੋ ਜਾਂਦੀ ਹੈ। ਦੇਖੋ ਹੁਣ ਓਜ਼ੋਨ ਲੇਅਰ ਕਿਹੜੀ ਹੁੰਦੀ ਹੈ, ਠੀਕ ਹੈ, ਓਜ਼ੋਨ ਲੇਅਰ ਕੀ ਹੁੰਦੀ ਹੈ, ਓਜ਼ੋਨ ਲੇਅਰ ਜਿਹੜੀਆਂ ਮਤਲਬ ਕਿ ਪਰਾਵੈਂਗਣੀ ਜਿਹੜੀਆਂ ਕਿਰਨਾਂ ਆ ਸੂਰਜ ਤੋਂ ਆਉਂਦੀਆਂ, ਹਾਨੀਕਾਰਕ ਕਿਰਨਾਂ ਹੁੰਦੀ ਹੈ, ਉਹਨੂੰ ਕੀ ਬੋਲਦੇ ਆ, ਓਜ਼ੋਨ। ਜਿਹੜੀ ਪਰਾਵੈਂਗਣੀ ਕਿਰਨਾਂ ਆ ਉਹਨਾਂ ਤੋਂ ਬਚਾਉਂਦੀ ਆ। ਹਾਂਜੀ, ਉਹਨਾਂ ਪਰਾਵੈਂਗਣੀ ਵਿਕਰਨਾਂ ਤੋਂ ਓਜ਼ੋਨ ਲੇਅਰ ਜਿਹੜੀ ਆ ਉਹ ਧਰਤੀ ਨੂੰ ਬਚਾਉਂਦੀ ਹੈ। ਠੀਕ ਹੈ, ਦੇਅਰ ਇਜ਼ ਨੋ ਕਲਾਊਡਸ ਇਨ ਦਿਸ ਲੇਅਰ। ਇੱਥੇ ਮਤਲਬ ਕਿ ਬੱਦਲ ਨਹੀਂ ਹੁੰਦੇ। ਏਅਰਕ੍ਰਾਫਟ ਫਲਾਈ ਇਨ ਦਿਸ ਲੇਅਰ, ਮਤਲਬ ਕਿ ਇਹਦੇ ਵਿੱਚ ਜਿਹੜੇ ਜਹਾਜ਼ ਵਗੈਰਾ ਹੈ ਉਹ ਈਜ਼ੀਲੀ ਫਲਾਈ ਹੁੰਦੇ ਆ, ਮਤਲਬ ਇਹਦੇ ਵਿੱਚ ਇਸ ਲੇਅਰ ਦੇ ਵਿੱਚ ਆ ਜਾਂਦਾ। ਅਤੇ ਜਿਹੜੀ ਇਸ ਲੇਅਰ ਸੀਗੀ, ਇਹ ਮਤਲਬ ਜਿਹੜੀ ਲੋਐਸਟ ਲੇਅਰ ਸੀਗੀ, ਅਤੇ 16 ਕਿਲੋਮੀਟਰ ਤੱਕ ਫੈਲੀ ਹੋਈ ਉੱਪਰ ਤੱਕ। ਵੀ ਹੈਵ 80% ਆਫ ਏਅਰ ਇਨ ਦਿਸ ਲੇਅਰ। ਇਹਦੇ ਵਿੱਚ ਕਿੰਨੇ ਸੀਗੇ, 80% ਆਫ ਏਅਰ ਹਵਾ ਮੌਜੂਦ ਸੀਗੀ। ਇਹਦੇ ਵਿੱਚ ਵਿੰਡ, ਸਟਰੋਮ, ਅਤੇ ਉਸ ਤੋਂ ਬਾਅਦ ਰੇਨ ਐਂਡ ਸਨੋ ਆਰ ਫਾਰਮਡ। ਇਹਦੇ ਵਿੱਚ ਹੀ ਸਾਰੀ ਜਿੱਦਾਂ ਵਰਖਾ ਹੋ ਗਈ, ਸਨੋ ਹੋ ਗਈ, ਹਵਾਵਾਂ ਚੱਲਦੀਆਂ, ਇਹ ਸਾਰੀਆਂ ਇਹਦੇ ਵਿੱਚ ਹੀ ਆ ਜਾਂਦੀਆਂ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਦੇਖੋ ਮੈਸੋਸਫੀਅਰ। ਠੀਕ ਹੈ, ਇਨ ਦਿਸ ਲੇਅਰ ਦਾ ਏਅਰ ਇਜ਼ ਵੈਰੀ ਥਿਨ। ਇਹਦੇ ਵਿੱਚ ਬਹੁਤ ਜ਼ਿਆਦਾ ਪਤਲੀ ਹੁੰਦੀ ਹੈ ਲੇਅਰ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਥਰਮੋਸਫੀਅਰ। ਦਿਸ ਲੇਅਰ continue up to the beginning of the outer space. The lower part of the thermosphere is called the ionosphere, which reflects radio waves। ਮਤਲਬ ਕਹਿੰਦਾ ਜਿਹੜੀ ਥਰਮੋਸਫੀਅਰ ਹੁੰਦੀ ਆ ਇਹ ਕੰਟੀਨਿਊਸ, ਕਹਿੰਦੇ ਮਤਲਬ ਕੰਟੀਨਿਊਸ ਅਪ ਟੂ ਦਾ ਬਿਗਨਿੰਗ ਆਫ ਦਾ ਆਊਟਰ ਸਪੇਸ। ਮਤਲਬ ਇਹ ਆਊਟਰ ਸਪੇਸ ਤੋਂ ਬਾਹਰ ਹੁੰਦੀ ਆ। ਠੀਕ ਹੈ, ਉੱਥੋਂ ਹੀ ਸਟਾਰਟ ਹੁੰਦੀ ਆ। ਠੀਕ ਹੈ, ਅਤੇ ਇਹਦਾ ਜਿਹੜਾ ਲੋਅਰ ਪਾਰਟ ਆ
ਤਾਂ ਉਹਨੂੰ ਕੀ ਬੋਲ ਦਿੰਦੇ ਆ ਆਪਾਂ, ਆਇਨੋਸਫੀਅਰ ਬੋਲ ਦਿੰਦੇ ਆ, ਠੀਕ ਹੈ, ਜਿਹੜਾ ਕਿ ਰਿਫਲੈਕਟ ਕਰਦਾ ਹੈ ਰੇਡੀਓ ਵੇਵਸ ਨੂੰ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਇਹ ਸੀਗੀਆਂ ਇੰਪੋਰਟੈਂਟਸ ਕੁਛ ਲੇਅਰਸ ਵਾਤਾਵਰਨ ਦੇ ਵਿੱਚ, ਜੋ ਕਿ ਉਸ ਤੋਂ ਬਾਅਦ ਯਾਦ ਰੱਖਣਾ ਦਾ ਐਟਮੋਸਫੀਅਰ ਇਜ਼ ਰਿਸਪੋਂਸੀਬਲ ਫॉर ਦਾ ਵੈਦਰ ਚੇਂਜਸ ਦੈਟ ਅਕਰਸ, ਜਿਹੜੇ ਮਤਲਬ ਕਿ ਵੈਦਰਸ ਜਿਹੜਾ ਚੇਂਜ ਹੁੰਦਾ ਹੈ ਉਹਦੇ ਲਈ ਵਾਤਾਵਰਨ ਹੀ ਰਿਸਪੋਂਸੀਬਲ ਹੁੰਦਾ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਆ ਗਿਆ ਏਅਰ exerts pressure when the earth moves, the multi-layer blanket of air also moves with it. It exerts its weight on all of us. This is called atmosphere pressure. Atmosphere pressure ਕੀ ਹੁੰਦਾ ਹੈ, ਕਹਿੰਦੇ ਜਦੋਂ ਮਤਲਬ ਧਰਤੀ ਤੇ when the earth moves, ਜੋ ਧਰਤੀ ਕੀ ਹੈ ਮੂਵ ਕਰਦੀ ਆ, ਧਰਤੀ ਮਤਲਬ ਘੁੰਮਦੀ ਆ, ਠੀਕ ਹੈ। this multi layers blanket of air also move, ਮਤਲਬ ਕਿ ਇਹਦੇ ਨਾਲ ਜਿਹੜੀ ਇਹ ਹਵਾ ਹੁੰਦੀ ਆ ਇਹ ਵੀ ਕੀ ਕਰਦੀ ਆ, ਮੂਵ ਹੁੰਦੀ ਆ, ਠੀਕ ਹੈ। ਤੇ ਇਹਦਾ ਜਿਹੜਾ weight ਆ ਉਹ ਵੀ ਇਹਦੇ ਨਾਲ ਮਤਲਬ ਚੱਲਦਾ ਆ, ਠੀਕ ਹੈ। ਸੋ ਇਹਨੂੰ ਕੀ ਬੋਲਦੇ ਨੇ ਆਪਾਂ, ਐਟਮੋਸਫੈਰਿਕ ਪ੍ਰੈਸ਼ਰ ਬੋਲ ਦਿੰਦੇ ਆ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆ ਗਿਆ, ਨੈਕਸਟ ਦੇਖੋ ਤੁਸੀਂ, ਏਅਰ ਸਪੋਰਟਸ ਲਾਈਫ, ਆਕਸੀਜਨ, all living organism required oxygen, ਮਤਲਬ ਸਾਰੇ ਜਿਹੜੇ ਲਿਵਿੰਗ ਆਰਗੇਨਿਜ਼ਮ ਆ, ਜਿਹੜੇ ਸਾਹ ਲੈਂਦੇ ਜੀਵ ਆ, ਉਹਨਾਂ ਨੂੰ ਆਕਸੀਜਨ ਦੀ ਜਿਹੜੀ ਆ ਉਹ ਜ਼ਰੂਰਤ ਹੁੰਦੀ ਆ, ਠੀਕ ਹੈ, ਸਾਹ ਲੈਣ ਦੇ ਲਈ। ਆਕਸੀਜਨ ਇਜ਼ ਨੈਸੈਸਰੀ ਟੂ ਗੈਟ એનર્ਜੀ ਫਰੋਮ ਫੂਡ, ਮਤਲਬ ਕਿ ਇਹ ਕਿੱਥੋਂ ਮਿਲਦੀ ਹੈ ਸਾਨੂੰ, ਆਕਸੀਜਨ ਇਜ਼ ਨੈਸੈਸਰੀ, ਆਕਸੀਜਨ ਪਹਿਲਾਂ ਤਾਂ ਜ਼ਰੂਰੀ ਹੁੰਦੀ ਹੈ ਸਾਨੂੰ એનર્ਜੀ ਪ੍ਰਦਾਨ ਕਰਨ ਦੇ ਲਈ, ਠੀਕ ਹੈ। એનર્ਜੀ ਸਾਡੀ ਊਰਜਾ ਦੇ ਜਿਹੜੀ ਊਰਜਾ ਮਿਲਦੀ ਹੈ ਸਾਨੂੰ ਆਕਸੀਜਨ ਤੋਂ ਹੀ ਮਿਲਦੀ ਹੈ। ਆਕਸੀਜਨ ਇਜ਼ ਨੈਸੈਸਰੀ ਟੂ ਗੈਟ એનર્ਜੀ ਫਰੋਮ ਫੂਡ, ਠੀਕ ਹੈ। ਉਸ ਤੋਂ ਬਾਅਦ all ਲਾਈਫ ਪ੍ਰੋਸੈਸ ਆਫ ਲਿਵਿੰਗ ਆਰਗੇਨਿਜ਼ਮਸ ਰਿਕੁਆਇਰਡ એનર્ਜੀ, ਸਾਰੇ ਹੀ ਲਿਵਿੰਗ ਜਿਹੜੇ ਆਰਗੇਨਿਜ਼ਮ ਆ ਉਹਨਾਂ ਨੂੰ ਕੀ ਚਾਹੀਦੀ ਹੈ, એનર્ਜੀ ਚਾਹੀਦੀ, ਊਰਜਾ ਚਾਹੀਦੀ, ਕਿਉਂਕਿ એનર્ਜੀ ਤੋਂ ਬਿਨਾਂ ਕੋਈ ਵੀ ਪਰਸਨ ਜਿਹੜਾ ਹੈ ਉਹ ਕੰਮ ਨਹੀਂ ਕਰ ਸਕਦਾ। ਦੇਅਰ ਇਜ਼ ਅ ਕੌਨਸਟੈਂਟ ਨੀਡ ਫॉर them ਟੂ ਬ੍ਰੈਥ, ਮਤਲਬ ਕਿ ਇਹ ਕੌਨਸਟੈਂਟ ਇਹ ਹਰ ਇੱਕ ਦੀ ਕੀ ਹੈ, ਨੀਡ ਆ ਸਾਹ ਲੈਣਾ। this whole process of taking in oxygen while breathing in, utilizing it for getting energy from food and breathing out carbon dioxide is known as a respiration। ਦੇਖੋ ਜਦੋਂ ਅਸੀਂ ਹਵਾ ਦੇ ਜਿਹੜੀ ਗੈਸ ਅਸੀਂ ਲੈਂਦੇ ਹਾਂ, ਇਹ ਤਾਂ ਸਭ ਨੂੰ ਹੀ ਪਤਾ ਹੈ, ਜੋ ਅਸੀਂ ਬ੍ਰੈਥ ਕਰਦੇ ਹਾਂ, ਸਾਹ ਲੈਂਦੇ ਹਾਂ, ਹਵਾ ਦੇ ਵਿੱਚ ਮੌਜੂਦ ਜਿਹੜੀ ਗੈਸ ਹੁੰਦੀ ਹੈ ਉਹ ਕੀ ਹੁੰਦੀ ਹੈ, ਆਕਸੀਜਨ ਹੁੰਦੀ ਹੈ। ਜੋ ਅਸੀਂ ਮਤਲਬ ਛੱਡਦੇ ਹਾਂ ਗੈਸ, ਮਤਲਬ ਕਿ ਉਹ ਕਿਹੜੀ ਗੈਸ ਹੁੰਦੀ, ਕਾਰਬਨ ਡਾਈਆਕਸਾਈਡ, ਇਹਨੂੰ ਕੀ ਬੋਲ ਦਿੰਦੇ ਆ, ਰੈਸਪੀਰੇਸ਼ਨ ਬੋਲ ਦਿੰਦੇ ਆ, ਠੀਕ ਹੈ। ਹੁਣ ਇਸ ਤੋਂ ਬਾਅਦ ਇਹ ਵੀ ਯਾਦ ਰੱਖਣਾ ਕਿ ਜਿਹੜੇ ਪੌਦੇ ਆ, ਠੀਕ ਹੈ, ਜਿਹੜੇ ਪੌਦੇ ਆ ਹਰੇ ਪੌਦੇ, ਠੀਕ ਹੈ, ਪੌਦੇ ਹੀ ਰੱਖ ਲਓ, ਦਰਖਤ ਰੱਖ ਲਓ, ਸਾਰੇ ਜਿਹੜੇ ਆ ਇਹ ਕਿਹੜੀ ਗੈਸ ਲੈਂਦੇ ਆ, ਇਹਨਾਂ ਨੂੰ ਸਾਹ ਲੈਣ ਦੇ ਲਈ ਕਾਰਬਨ ਡਾਈਆਕਸਾਈਡ ਗੈਸ ਦੀ ਲੋੜ ਹੁੰਦੀ ਹੈ ਤੇ ਇਹ ਆਕਸੀਜਨ ਛੱਡਦੇ ਆ। ਤਾਂ ਹੀ ਕਹਿ ਦਿੰਦੇ ਆ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪੇੜ ਲਗਾਉਣੇ ਚਾਹੀਦੇ ਆ ਤਾਂ ਕਿ ਸਾਨੂੰ ਜਿਹੜੀ ਮਾਤਰਾ ਦੇ ਵਿੱਚ ਆਕਸੀਜਨ ਆ ਉਹ ਮਿਲਦੀ ਰਹੇ, ਔਰ ਜਿਹੜੇ ਪੇੜ ਆ ਉਹਨਾਂ ਨੂੰ ਸਾਡੇ ਤੋਂ ਉਹਨਾਂ ਦੀ ਕਾਰਬਨ ਡਾਈਆਕਸਾਈਡ ਮਿਲਦੀ ਰਹੇ, ਮਤਲਬ ਕਿ ਉਹ ਸਾਡੇ ਤੋਂ ਜਿਹੜੀ ਕਾਰਬਨ ਡਾਈਆਕਸਾਈਡ ਉਹ ਲੈ ਲੈਂਦੇ ਆ ਔਰ ਅਸੀਂ ਉਹਨਾਂ ਤੋਂ ਆਕਸੀਜਨ ਲੈ ਲੈਂਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਇਹ ਤੁਸੀਂ ਪਿਕਚਰਸ ਦੇਖ ਲੈਣੀਆਂ ਹੈ, ਜਿੱਦਾਂ ਇਹ ਮੱਛਲੀ ਆ ਜਿਹੜੀ ਫਿਸ਼ ਆ ਉਹ ਗਿਲਸ ਦੇ ਨਾਲ ਸਾਹ ਲੈਂਦੀ ਹੈ, ਠੀਕ ਹੈ, ਪਾਣੀ ਦੇ ਵਿੱਚ ਗਿਲਸ ਹੁੰਦੇ ਇਹਦੇ, ਠੀਕ ਹੈ, ਗਿਲਸ ਜਿਹੜੇ ਹੁੰਦੇ, ਸੌਰੀ ਇਹਦੇ ਵਿੱਚ ਗਲਫੜੇ, ਇਹਨੂੰ ਗਲਫੜੇ ਬੋਲ ਦਿੰਦੇ ਆ, ਠੀਕ ਹੈ। ਇੱਥੇ ਤੁਸੀਂ ਰੀਡ ਕਰ ਲੈਣਾ, ਇਹਦੇ ਵਿੱਚ ਦੱਸਿਆ ਹੋਣਾ ਹੈ, ਠੀਕ ਹੈ, ਗਲਫੜਿਆਂ ਦੇ ਥਰੂ ਇਹ ਸਾਹ ਲੈਂਦੀ ਹੈ, ਠੀਕ ਹੈ। ਔਰ ਉਸ ਤੋਂ ਬਾਅਦ ਇਹ ਬਣੇ ਹੋਏ ਆ ਜਿਹੜੇ ਤੁਸੀਂ ਸਾਰੇ ਇੱਕ ਵਾਰੀ ਦੇਖ ਲੈਣੇ ਆ, ਠੀਕ ਹੈ, ਕਲੀਅਰ, ਇਹ ਜਿੱਦਾਂ ਹਿਊਮਨ ਬੀਇੰਗਸ ਦੇ ਆ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਨੈਕਸਟ ਆ ਗਿਆ ਨਾਈਟ੍ਰੋਜਨ। ਨਾਈਟ੍ਰੋਜਨ ਇਜ਼ ਰਿਕੁਆਇਰਡ ਬਾਈ ਪਲਾਂਟਸ ਫॉर देयर ਗਰੋਥ, ਮਤਲਬ ਨਾਈਟ੍ਰੋਜਨ ਜਿਹੜੀ ਜ਼ਰੂਰੀ ਆ ਕਿਹਨਾਂ ਲਈ, ਪੌਦਿਆਂ ਦੇ ਲਈ, ਉਹਨਾਂ ਦੀ ਗਰੋਥ ਲਈ। ਬਟ ਪਲਾਂਟਸ ਕਾਂਟ ਅਬਜ਼ੌਰਬ ਦ ਨਾਈਟ੍ਰੋਜਨ, ਬਟ ਜਿਹੜੇ ਪਲਾਂਟਸ ਆ ਉਹ ਨਾਈਟ੍ਰੋਜਨ ਨੂੰ ਡਾਇਰੈਕਟਲੀ ਹਵਾ ਦੇ ਵਿੱਚੋਂ ਅਬਜ਼ੌਰਬ ਨਹੀਂ ਕਰਦੇ। ਨਾਈਟ੍ਰੋਜਨ ਪ੍ਰੈਜ਼ੈਂਟ ਇਨ ਦਾ ਏਅਰ ਇਜ਼ brought to the earth in the form of the nitrates and nitric acid through lightnings and rain, ਮਤਲਬ ਜਿਹੜੀ ਨਾਈਟ੍ਰੋਜਨ ਆ ਉਹ ਪੌਦਿਆਂ ਨੂੰ ਡਾਇਰੈਕਟਲੀ ਨਹੀਂ ਮਿਲਦੀ ਹੈਗੀ, ਉਹ ਕਿਸੇ ਹੋਰ ਤਰੀਕੇ ਦੇ ਨਾਲ, ਮਤਲਬ ਨਾਈਟ੍ਰੇਟ ਤਰੀਕੇ ਨਾਲ, ਨਾਈਟ੍ਰਿਕ ਐਸਿਡ ਥਰੂ ਲਾਈਟਿੰਗ ਐਂਡ ਰੇਨ ਦੇ ਥਰੂ ਹੀ ਮਿਲਦੀ ਆ। These compounds are absorbed by the plants along with the water and minerals from the soil, ਮਤਲਬ ਕਹਿਣ ਦਾ ਕਿ ਜਿੱਦਾਂ ਰੇਨ ਦੇ ਥਰੂ ਨਾਈਟ੍ਰੋਜਨ ਜਿਹੜੀ ਆ ਉਹ ਮਿੱਟੀ ਦੇ ਵਿੱਚ ਜਾਂ ਪਾਣੀ ਦੇ ਵਿੱਚ ਕੀ ਹੋ ਜਾਂਦੀ ਹੈ, ਮਿਕਸ ਹੋ ਜਾਂਦੀ ਹੈ, ਤੇ ਇਹੀ ਮਿੱਟੀ ਤੇ ਪਾਣੀ ਜਿਹੜਾ ਆ ਇਹਨਾਂ ਦੇ ਥਰੂ ਹੀ ਪੇੜ ਨੂੰ ਇਹ ਮਤਲਬ ਪੌਦਿਆਂ ਨੂੰ ਇਹ ਜਿਹੜੀ ਨਾਈਟ੍ਰੋਜਨ ਮਿਲਦੀ ਆ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਕਾਰਬਨ ਡਾਈਆਕਸਾਈਡ। all living organism exhale carbon dioxide back in the air. Carbon dioxide is also released in the air through the chimneys of houses, factories, and also through the exhaust pipes of automobiles, aeroplanes, and ships. ਜਿਹੜੇ ਸਾਰੇ ਦੇ ਸਾਰੇ ਲਿਵਿੰਗ ਆਰਗੇਨਿਜ਼ਮ ਆ ਉਹ ਕਿਹੜੀ ਗੈਸ ਨੂੰ ਮਤਲਬ ਐਕਸਹੇਲ ਕਰਦੇ, ਛੱਡਦੇ ਆ, ਕਾਰਬਨ ਡਾਈਆਕਸਾਈਡ ਨੂੰ, ਠੀਕ ਹੈ। ਹਵਾ ਦੇ ਵਿੱਚ ਜਦੋਂ ਅਸੀਂ ਸਾਹ ਲੈਂਦੇ ਹਾਂ, ਠੀਕ ਹੈ,
ਅਸੀਂ ਜਦੋਂ ਸਾਹ ਲੈਂਦੇ ਹਾਂ ਅਸੀਂ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਆ ਉਹ ਐਕਸਹੇਲ ਕਰਦੇ ਹਾਂ, ਔਰ ਇਨਹੇਲ ਕਿਹੜੀ ਕਰਦੇ ਹਾਂ, ਉਹ ਕਰਦੇ ਹਾਂ ਆਕਸੀਜਨ। ਠੀਕ ਹੈ, ਤੇ ਇਹ ਜਿਹੜੀ ਐਕਸਹੇਲ ਕੀਤੀ ਹੁੰਦੀ ਕਾਰਬਨ ਡਾਈਆਕਸਾਈਡ ਉਹ ਵਾਪਸ ਜਿਹੜੀ ਹਵਾ ਦੇ ਵਿੱਚ ਮਿਲ ਜਾਂਦੀ। ਉਸ ਤੋਂ ਬਾਅਦ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਪਲਾਂਟਸ ਜਿਹੜੇ ਕਾਰਬਨ ਡਾਈਆਕਸਾਈਡ ਗੈਸ ਲੈਂਦੇ ਆ ਟੂ ਪ੍ਰਪੇਅਰ ਦਾ ਫੂਡ ਬਾਏ ਦਾ ਫੋਟੋਸਿੰਥੈਸਿਸ, ਮਤਲਬ ਉਹਨਾਂ ਨੂੰ ਆਪਣਾ ਫੂਡ ਜਿਹੜਾ ਪ੍ਰਪੇਅਰ ਕਰਨ ਦੇ ਲਈ ਕਾਰਬਨ ਡਾਈਆਕਸਾਈਡ ਗੈਸ ਦੀ ਲੋੜ ਪੈਂਦੀ ਹੈ। ਠੀਕ ਹੈ, ਤੇ ਉਹ ਕਾਰਬਨ ਡਾਈਆਕਸਾਈਡ ਹੀ ਲੈਂਦੇ ਨੇ। ਉਸ ਤੋਂ ਬਾਅਦ ਨੈਕਸਟ ਆ ਗਿਆ ਹਾਊ ਕੈਨ ਵੀ ਰਿਪਲੇਸ ਆਕਸੀਜਨ ਇਨ ਐਟਮੋਸਫੀਅਰ। ਦੇਖੋ ਹਾਊ ਕੈਨ ਵੀ ਰਿਪਲੇਸ ਆਕਸੀਜਨ ਐਟਮੋਸਫੀਅਰ, ਮਤਲਬ ਆਕਸੀਜਨ ਨੂੰ ਆਪਾਂ ਕਿੱਦਾਂ ਰਿਪਲੇਸ ਕਰ ਸਕਦੇ ਹਾਂ ਐਟਮੋਸਫੀਅਰ ਦੇ ਵਿੱਚ, ਵਾਤਾਵਰਨ। ਐਕਟੀਵਿਟੀਜ਼ ਲਾਈਕ ਰੈਸਪੀਰੇਸ਼ਨ ਐਂਡ ਬਰਨਿੰਗ use oxygen, but the percentage of oxygen in the air remains almost the same because plants are continuously supplying oxygen during the photosynthesis. Plants also respire and take in oxygen to release energy for their growth by the, ਕਹਿੰਦੇ ਕਿ ਜਿਹੜਾ ਆਕਸੀਜਨ ਦਾ ਜਿਹੜਾ ਚੱਕਰ ਆ ਇਹ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ ਗੇੜ ਆ ਇਹ ਜਿਹੜਾ ਲਗਾਤਾਰ ਹੀ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ, ਕਿਉਂਕਿ ਜਿਹੜੇ ਪਲਾਂਟਸ ਆ ਉਹ ਸੂਰਜ ਦੀ ਰੋਸ਼ਨੀ ਦੇ ਵਿੱਚ ਆਪਣਾ ਭੋਜਨ ਤਿਆਰ ਕਰਦੇ ਨੇ, ਦੈਨ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਗੈਸ ਦੀ ਲੋੜ ਪੈਂਦੀ ਹੈ। ਠੀਕ ਹੈ, ਉਹ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਸਾਡੇ ਕੋਲੋਂ ਲੈਂਦੇ ਨੇ ਤੇ ਆਕਸੀਜਨ ਨੂੰ ਕੀ ਕਰਦੇ ਨੇ, ਦਿੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਆ ਗਿਆ ਯੂਜ਼ਸ ਆਫ ਏਅਰ। ਯੂਜ਼ਸ ਆਫ ਏਅਰ ਕੀ ਹੈ, ਦ ਬਲੋਇੰਗ ਵਿੰਡਸ ਕਾਜ਼ ਦਾ ਵਿੰਡ ਮਿਲਸ ਟੂ ਰੋਟੇਟ, ਮਤਲਬ ਕਿ ਜਿਹੜੀ ਤੇਜ਼ ਹਵਾਵਾਂ ਨੇ ਉਹ ਵਿੰਡਸ ਨੂੰ ਕੀ ਕਰਦੀਆਂ ਨੇ, ਵਿੰਡ ਮਿਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਰੋਟੇਟ ਕਰਨ ਦੇ ਲਈ, ਘੁਮਾਉਣ ਦੇ ਲਈ ਹੈਲਪਫੁਲ ਕਰਦੀਆਂ ਨੇ। ਉਸ ਤੋਂ ਬਾਅਦ ਬਰਡਸ, ਇਨਸੈਕਟਸ, ਬੈਟਸ ਕੈਨ ਫਲਾਈ ਬਿਕੋਜ਼ ਆਫ ਵਿੰਡਸ ਕਰੰਟਸ, ਮਤਲਬ ਕਿ ਜਿਹੜੇ ਹਵਾ ਦੇ ਥਰੂ ਹੀ ਪੰਛੀ ਵਗੈਰਾ ਇਨਸੈਕਟ ਆ ਇਹ ਜਿਹੜੇ ਫਲਾਈ ਕਰਦੇ ਨੇ। ਵਾਟਰ ਸਾਈਕਲ ਇਨ ਨੇਚਰ ਇਜ਼ ਪੋਸੀਬਲ ਓਨਲੀ ਡਿਊ ਟੂ ਬਲੋਇੰਗ ਵਿੰਡਸ, ਜਿਹੜਾ ਵਾਟਰ ਸਾਈਕਲ ਆ ਇਹ ਵੀ ਜਿਹੜਾ ਚੱਕਰ ਆ ਵਾਟਰ ਸਾਈਕਲ ਦਾ ਇਹ ਕਿੱਦਾਂ ਚੱਲਦਾ ਹੈ, ਇਹ ਵੀ ਚਲਦੀਆਂ ਤੇਜ਼ ਹਵਾਵਾਂ ਦੇ ਨਾਲ ਹੀ ਹੁੰਦਾ, ਬਲੋਇੰਗ ਵਿੰਡਸ ਦੇ ਨਾਲ। ਠੀਕ, ਉਸ ਤੋਂ ਬਾਅਦ ਆ ਗਿਆ ਡਿਸਪਰਸਲ ਆਫ ਸੀਡਸ ਐਂਡ ਪੋਲੀਨੇਸ਼ਨਸ ਆਫ ਫਲਾਵਰਸ ਇਜ਼ ਆਲਸੋ ਪੋਸੀਬਲਸ ਡਿਊ ਟੂ ਦਾ ਏਅਰ, ਮਤਲਬ ਕਿ ਕਿਸੇ ਬੀਜ ਦਾ ਡਿਸਪਰਸਲ ਹੋਣਾ, ਉਹਨਾਂ ਦਾ ਉੱਗਣਾ ਤੇ ਫਲਾਵਰਸ ਬਣਨਾ ਇਹ ਸਾਰਾ ਏਅਰ ਦੇ ਨਾਲ ਹੀ ਪੋਸੀਬਲ ਹੁੰਦਾ। ਉਸ ਤੋਂ ਬਾਅਦ ਏਅਰ ਕਰਾਫਟ, ਹੈਲੀਕਾਪਟਰਸ ਵਗੈਰਾ ਵੀ ਸਾਰੇ ਇਹ ਜਿਹੜੇ ਏਅਰ ਦੇ ਥਰੂ ਹੀ ਪੋਸੀਬਲ ਆ, ਇਹਦੇ ਥਰੂ ਹੀ ਵਰਕ ਕਰਦੇ ਆ। ਨੈਕਸਟ ਆ ਗਿਆ ਏਅਰ ਪੋਲਿਊਸ਼ਨ। ਹੁਣ ਇਹਦੇ ਵਿੱਚ ਦੇਖੋ ਆਪਣੇ ਜਿਹੜਾ ਏਅਰ ਪੋਲਿਊਸ਼ਨ ਹੈ, ਏਅਰ ਪੋਲਿਊਸ਼ਨ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ। ਹਵਾ ਦਾ ਪੋਲਿਊਸ਼ਨ ਜਿਹੜਾ ਆ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਫੈਕਟਰੀਜ਼ ਵਗੈਰਾ ਲੱਗਦੀਆਂ ਨੇ ਉਹ ਜਿਹੜੀਆਂ ਨੇ ਹਵਾ ਨੂੰ ਪੋਲਿਊਸ਼ਨਸ ਜਿਹੜਾ ਬਹੁਤ ਜ਼ਿਆਦਾ ਕਰਦੀਆਂ ਨੇ, ਕਿਉਂਕਿ ਉਹਨਾਂ ਦੇ ਵਿੱਚੋਂ ਨਿਕਲਣ ਵਾਲਾ ਜਿਹੜਾ ਧੂੰਆਂ ਆ ਉਹ ਪੂਰੀ ਜਿਹੜੀ ਹਵਾ ਨੂੰ ਕੀ ਕਰ ਰਿਹਾ, ਦੂਸ਼ਿਤ ਕਰ ਰਿਹਾ। ਠੀਕ ਹੈ, ਤੇ ਜਿੱਦਾਂ ਵਾਹਨਾਂ ਦੇ ਵਿੱਚੋਂ, ਵਾਹੀਕਲਸ ਦੇ ਵਿੱਚੋਂ ਜਾਂ ਫਿਰ ਫੈਕਟਰੀਜ਼ ਦੇ ਵਿੱਚੋਂ ਜਿਹੜਾ ਫਿਊਲ ਵਗੈਰਾ ਨਿਕਲਦਾ ਆ, ਠੀਕ ਹੈ, ਉਹ ਸਾਰਾ ਜਿਹੜਾ ਆ ਏਅਰ ਪੋਲਿਊਸ਼ਨ ਨੂੰ ਕ੍ਰੀਏਟ ਕਰਦਾ ਹੈ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਇਹਨੂੰ ਕੰਟਰੋਲ ਕਿੱਦਾਂ ਕੀਤਾ ਜਾ ਸਕਦਾ ਏਅਰ ਪੋਲਿਊਸ਼ਨ ਨੂੰ। ਦੇਖੋ ਸਭ ਪਹਿਲਾਂ ਸਾਨੂੰ ਪਲਾਂਟਸ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਨੇ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਆਪਣੀ ਫੈਕਟਰੀਜ਼ ਵਗੈਰਾ ਦਾ ਜਿਹੜਾ ਵੇਸਟ ਆ ਸਾਨੂੰ ਜਿਹੜਾ ਰਿਸਾਈਕਲਿੰਗ ਐਂਡ ਰੀਯੂਜ਼ਿੰਗ ਐਜ਼ ਮੱਚ ਵੇਸਟ ਐਜ਼ ਪੋਸੀਬਲ, ਸਾਨੂੰ ਜਿਹੜੀ ਰਿਸਾਈਕਲਿੰਗ ਅਤੇ ਰੀਯੂਜ਼ ਕਰਨਾ ਚਾਹੀਦਾ ਚੀਜ਼ਾਂ ਨੂੰ ਦੁਬਾਰਾ ਤੋਂ ਦੁਬਾਰਾ, ਤਾਂ ਕਿ ਉਹਨਾਂ ਨੂੰ ਅਸੀਂ ਮਤਲਬ ਕਿ ਅੱਗ ਲਗਾਉਣ ਤੋਂ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਮੇਨ ਉਹਨਾਂ ਨੂੰ ਦੁਬਾਰਾ ਰਿਸਾਈਕਲ ਕਰੋ। ਠੀਕ ਹੈ, ਤੇ ਉਸ ਤੋਂ ਬਾਅਦ ਆ ਗਿਆ ਮੇਕਿੰਗ ਕੰਪੋਸਟ ਪਿਟਸ ਟੂ ਡੀਕੰਪੋਜ਼ਡ ਫੂਡ ਐਂਡ ਪਲਾਂਟਸ ਵੇਸਟ ਐਂਡ ਨਾਟ ਬਰਨਿੰਗ ਇਟ, ਮਤਲਬ ਸਾਨੂੰ ਜਿਹੜਾ ਵੇਸਟ ਹੁੰਦਾ ਹੈ ਉਹਨਾਂ ਨੂੰ ਡੀਕੰਪੋਜ਼ ਕਰਨਾ ਚਾਹੀਦਾ, ਉਹਨਾਂ ਨੂੰ ਦਬਾਉਣਾ ਚਾਹੀਦਾ ਹੈ ਫੂਡਸ ਵਗੈਰਾ ਨੂੰ, ਨਾ ਕਿ ਉਹਨਾਂ ਨੂੰ ਖੁੱਲ੍ਹੇ ਵਿੱਚ ਸੁੱਟਣਾ ਚਾਹੀਦਾ ਹੈ। ਠੀਕ ਹੈ, ਕਿਉਂਕਿ ਉਹਨਾਂ ਦੀ ਜਿਹੜੀਆਂ ਬਦਬੂ ਵਗੈਰਾ ਹੈ ਉਹ ਵੀ ਕੀ ਕਰਦੀਆਂ ਨੇ, ਪੋਲਿਊਸ਼ਨ ਜਿਹੜੀਆਂ ਏਅਰ ਪੋਲਿਊਸ਼ਨ ਫੈਲਾਉਂਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਵਾਹੀਕਲਸ ਵਗੈਰਾ ਜਿਹੜੇ ਆ ਉਹਨਾਂ ਦੇ ਉੱਪਰ ਪਹਿਲਾਂ ਤਾਂ ਰੋਕ ਲਗਾਉਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਜ਼ਿਆਦਾ ਮਤਲਬ ਪਹਿਲਾਂ ਦੇਖੋ ਯੂਜ਼ਿੰਗ ਫਿਲਟਰ ਇਨ ਚਿਮਨੀਜ਼ ਆਫ ਫੈਕਟਰੀਜ਼, ਫਿਲਟਰਸ ਵਗੈਰਾ ਯੂਜ਼ ਕਰਨੇ ਚਾਹੀਦੇ ਫੈਕਟਰੀਜ਼ ਦੇ ਵਿੱਚ। ਉਸ ਤੋਂ ਬਾਅਦ ਜਿਹੜੀਆਂ ਵਾਹੀਕਲਸ ਨੇ ਜਿਨ੍ਹਾਂ ਦੇ ਉਹਨਾਂ ਦਾ ਲਾਇਸੈਂਸ ਵਗੈਰਾ ਰੱਦ ਕਰ ਦੇਣਾ ਚਾਹੀਦਾ ਹੈ ਜਿਹੜੇ ਜ਼ਿਆਦਾ ਪੋਲਿਊਸ਼ਨ ਨੂੰ ਕ੍ਰੀਏਟ ਕਰਦੇ ਨੇ। ਠੀਕ ਹੈ, ਉਸ ਤੋਂ ਬਾਅਦ ਯੂਜ਼ਿੰਗ ਐਮਿਸ਼ਨ ਫ੍ਰੀ ਪਬਲਿਕ ਟਰਾਂਸਪੋਰਟ ਲਾਈਕ CNG ਬੱਸਿਸ, ਮੈਟਰੋ ਰੇਲ, ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਫ੍ਰੀ ਪਬਲਿਕ ਟਰਾਂਸਪੋਰਟਸ ਚਲਾਉਣੀਆਂ ਚਾਹੀਦੀਆਂ ਐਮਿਸ਼ਨ ਫ੍ਰੀ। ਠੀਕ ਹੈ, CNG ਬੱਸਿਸ ਜਾਂ ਮੈਟਰੋ ਰੇਲ ਐਕਸੈਕਟਰਾ। ਠੀਕ ਹੈ, ਜੋ ਕਿ ਪੋਲਿਊਸ਼ਨ ਨੂੰ ਨਾ ਫੈਲਾਉਣ। ਠੀਕ ਹੈ, ਸੋ ਇਹ ਸੀਗਾ ਚੈਪਟਰ ਨੰਬਰ ਤੁਹਾਡਾ 15। ਠੀਕ ਹੈ, ਏਅਰ ਤੇ ਰਿਲੇਟਡ। ਸੋ ਇਹਦੇ ਜਿਹੜੇ ਕੁਐਸਚਨ ਆਨਸਰ ਆ ਉਹ ਮੈਂ ਤੁਹਾਨੂੰ ਕੱਲ੍ਹ ਉਹਦੀ ਇੱਕ ਵੀਡੀਓ ਤਿਆਰ ਕਰਵਾ ਦਿਆਂਗੀ। ਠੀਕ ਹੈ, ਸੋ ਸਟੂਡੈਂਟ ਇਸ ਚੈਪਟਰ ਨੂੰ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲੈਣਾ। ਮੈਂ ਤੁਹਾਨੂੰ ਥੋੜ੍ਹਾ ਸਮਝਾਇਆ, ਬਟ ਤੁਸੀਂ ਚੰਗੀ ਤਰ੍ਹਾਂ ਇਹਨੂੰ ਸਾਰੇ ਨੂੰ ਪੜ੍ਹਨਾ ਹੈ। ਠੀਕ ਹੈ, ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਦੈਨ ਮੇਰੇ ਨਾਲ ਡਿਸਕਸ ਕਰ ਲੈਣੀ ਹੈ। ਠੀਕ ਹੈ, ਓਕੇ ਸਟੂਡੈਂਟਸ, ਥੈਂਕ ਯੂ, ਹੈਵ ਅ ਨਾਈਸ ਡੇ।